हाँ जी स्टूडेंट्स, वेलकम टू दी आइल्स क्लास एकेडमिक जनरल टास्क 1। ਅੱਜ ਆਪਾਂ ਜਨਰਲ ਦੀਆਂ ਲੈਟਰ ਪਾਉਣ ਲੱਗੇ ਆ ਬਾਬਾ ਆਇਲਸ ਫਿਲੋਸਫਰ ਤੋਂ। ਅੱਗੇ ਐਕੈਡੈਮਿਕਸ ਦੀ ਬਹੁਤ ਪਾਈਆਂ, ਰੀਡਿੰਗ ਦੇ ਟਿਪਸ ਬਹੁਤ ਤੁਹਾਨੂੰ ਦਿੱਤੀਆਂ ਨੇ ਆਪਣੇ ਚੈਨਲ ਤੇ। ਪਲੱਸ ਹੁਣ ਆਪਾਂ ਜਨਰਲ ਦਾ ਟਾਸਕ 1 ਪਾਉਣ ਲੱਗੇ ਆ। ਇੱਕ ਲੈਟਰ ਆ ਤੇ ਇਹ ਲੈਟਰ ਹੈਗੀ ਆ ਪਰਸਨਲ। ਦਿਸ ਇਜ਼ ਪਰਸਨਲ ਲੈਟਰ, ਕਿਉਂਕਿ ਇਹ ਆਪਾਂ ਇੱਕ ਦੋਸਤ ਨੂੰ ਲਿਖਣੀ ਹੈ। ਜਨਰਲ ਦੇ ਹਰ ਬੱਚੇ ਨੂੰ ਪਤਾ ਹੁੰਦਾ ਕਿ ਕਿੰਨੇ ਤਰ੍ਹਾਂ ਦੀਆਂ ਲੈਟਰਸ ਹੁੰਦੀਆਂ ਨੇ, ਕੋਈ ਪਰਸਨਲ ਹੈ, ਕੋਈ ਫਾਰਮਲ ਹੈ, ਕੋਈ ਸੈਮੀ ਫਾਰਮਲ ਹੈ। ਸੋ ਪਰਸਨਲ ਲੈਟਰ ਉਹ ਹੁੰਦੀ ਹੈ ਜਿਹੜੀ ਆਪਣੇ ਕਿਸੇ ਦੋਸਤ ਨੂੰ ਲਿਖਦੇ ਆ ਜਾਂ ਬੜੀ ਪਰਸਨਲ ਵੇ ਦੇ ਵਿੱਚ ਲਿਖਦੇ ਆ, ਜਿਹਦੇ ਵਿੱਚ ਕੈਜੂਅਲ ਵੇ ਆਪਾਂ ਲੈ ਕੇ ਚੱਲਦੇ ਆ। ਸੋ ਅੱਜ ਵਾਲੀ ਲੈਟਰ ਆਪਣੇ 'ਚ ਕੀ ਹੈ ਕਿ ਅੱਜ ਆਪਾਂ ਪਰਸਨਲ ਲੈਟਰ ਅਪਲੋਡ ਕਰਦੇ ਆ, ਕੱਲ ਆਪਾਂ ਫਾਰਮਲ ਕਰ ਦਾਂਗੇ, ਫਿਰ ਆਪਾਂ ਸੈਮੀ ਫਾਰਮਲ ਕਰ ਦਾਂਗੇ, ਸੋ ਡੈਟ 3 ਡੇਜ਼ ਦੇ ਵਿੱਚ ਤੁਹਾਨੂੰ ਪ੍ਰੋਬਲਮ ਨਾ ਕੋਈ ਆਵੇ ਲੈਟਰਸ ਦੇ ਵਿੱਚ। ਲੈਟਰ ਦੇ ਵਿੱਚ ਬੜੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ। ਜਨਰਲ ਵਾਲਿਆਂ ਨੂੰ ਲੱਗਦਾ ਕਿ ਰਾਈਟਿੰਗ 'ਚੋਂ 7 ਬੈਂਡ ਲੈਣੇ ਬਹੁਤ ਵੱਡੀ, ਬਹੁਤ ਔਖੀ ਗੱਲ ਹੈ। ਬਟ ਇਟ ਕੈਨ ਬੀ ਐਵਰੀਵਨਸ ਕੱਪ ਆਫ ਕਾਫੀ ਕਿ ਜੇ ਤੁਸੀਂ ਤਰੀਕੇ ਨਾਲ ਲੈਟਰ ਲਿਖ ਲੈਂਦੇ ਹੋ। ਲੈਟਰ ਲਿਖਣ ਦਾ ਤਰੀਕਾ ਹੋਣਾ ਚਾਹੀਦਾ ਬਸ। It is just like cue card, ठीक है? The way we are speaking in cue card, same way we have to use in this letter. Letter minimum 150 word ਦੀ ਹੁੰਦੀ ਹੈ, maximum 200-250 ਤੱਕ ਜਾ ਸਕਦੀ ਹੈ। Time limit matter ਕਰਦਾ ਬਸ। What is your time limit? You have to write your letter under a stipulated period of time. ਆਪਾਂ period of time ਦੇ ਅੰਦਰ ਇਹਨੂੰ proper ਲਿਖਣਾ ਹੁੰਦਾ ਹੈ। Sorry. So ਅੱਜ ਦੀ ਲੈਟਰ ਕੀ ਹੈ? You have just spent a weekend at a friend's home. ਤੁਸੀਂ ਇੱਕ ਵੀਕਐਂਡ ਸਪੈਂਡ ਕੀਤਾ ਹੈ ਆਪਣੇ ਦੋਸਤ ਦੇ ਘਰ, ਠੀਕ ਹੈ। ਵੈਨ ਯੂ ਰਿਟਰਨ ਹੋਮ, ਜਦੋਂ ਤੁਸੀਂ ਆਪਣੇ ਘਰ ਵਾਪਸ ਆਏ, ਤੁਸੀਂ ਕੀ ਫਾਈਂਡ ਕੀਤਾ? ਯੂ ਲੈਫਟ ਅ ਕੋਟ ਕੰਟੇਨਿੰਗ ਸਮ ਬਿਲੋਂਗਿੰਗਸ ਇਨ ਹਿਜ਼ ਹਾਊਸ। ਤੁਸੀਂ ਉਹਦੇ ਘਰ ਆਪਣਾ ਕੋਟ ਭੁੱਲ ਗਏ ਹੋ ਜਿਹਦੇ ਵਿੱਚ ਕੋਈ ਤੁਹਾਡਾ ਜ਼ਰੂਰੀ ਸਮਾਨ ਪਿਆ ਹੋਇਆ ਸੀ, ਬਿਲੋਂਗਿੰਗਸ ਪਈਆਂ ਹੋਈਆਂ ਸੀਗੀਆਂ। ਰਾਈਟ ਅ ਲੈਟਰ ਟੂ ਯੂਅਰ ਫਰੈਂਡ, ਆਪਣੇ ਹੁਣ ਫਰੈਂਡ ਨੂੰ ਲੈਟਰ ਲਿਖੋ। ਡੈਟ ਯੂ ਲੈਫਟ ਦਾ ਕੋਟ, ਤੁਸੀਂ ਹੁਣ ਦੱਸੋ ਕਿ ਮੈਂ ਕੋਟ ਭੁੱਲ ਗਿਆ ਤੇਰੇ ਘਰੇ। ਪੇਪਰ ਦੇ ਵਿੱਚ ਬੱਚੇ ਕੀ ਕਰਦੇ ਆ, ਬਹੁਤ ਜ਼ਿਆਦਾ ਟੈਨਸ਼ਨ 'ਚ ਆਏ ਹੁੰਦੇ ਆ ਤੇ ਉੱਡੇ ਹੀ ਜਾਂਦੇ ਆ। ਇਹ ਕੰਮ ਬਿਲਕੁਲ ਨਹੀਂ ਕਰਨਾ, ਠੀਕ ਹੈ। ਸੋ ਹੁਣ ਆ ਆਪਣੇ 3 ਕੁਐਸਚਨਸ ਨੇ ਅਤੇ 3 ਕੁਐਸਚਨਸ ਨੂੰ ਮੈਂ ਲੈਟ ਮੀ ਸ਼ੇਅਰ ਸਕਰੀਨ ਟੂ ਜੋ ਬੱਚੇ ਨਾਲ ਕਲਾਸ ਲਗਾ ਰਹੇ ਆ, ਠੀਕ ਹੈ। ਸੋ ਇਹ ਆਪਣੇ 3 ਕੁਐਸਚਨਸ ਨੇ। ਟੈਲ ਹਿਮ ਵਾਟ ਦੀ ਕੋਟ ਲੁਕਸ ਲਾਈਕ। ਹਲੇ ਆਪਾਂ ਇਹ ਕੁਐਸਚਨਸ ਵੱਲ ਦੇਖਣਾ ਨਹੀਂ, ਇਹਨੂੰ ਛੱਡ ਦਿਓ ਇੱਕ ਵਾਰ। ਸਭ ਤੋਂ ਪਹਿਲੇ ਤਾਂ ਤੁਸੀਂ ਆਹ ਕੰਮ ਕਰੋ ਕਿ ਤੁਹਾਡਾ ਇੱਕ ਕੋਟ ਰਹਿ ਗਿਆ ਬਸ ਉਹਨਾਂ ਦੇ ਘਰ, ਤੁਸੀਂ ਉਸ ਕੋਟ ਦੀ ਗੱਲ ਕਰੀਏ ਉਹਨਾਂ ਨਾਲ ਕਿ ਮੈਂ ਤੁਹਾਡੇ ਘਰੇ ਕੋਟ ਭੁੱਲਿਆ ਆ ਤੇ ਮੈਂ ਪਹਿਲੇ ਤੁਹਾਡੇ ਘਰੇ ਪ੍ਰੋਪਰ ਇੱਕ ਵੀਕ ਸਪੈਂਡ ਕੀਤਾ ਸੀਗਾ, ਠੀਕ ਹੈ। ਸੋ ਪਲੀਜ਼ ਸਟਾਰਟ ਰਾਈਟਿੰਗ। ਜੋ ਵੀ ਨਾਮ ਹੈ, ਡੀਅਰ ਜੌਨ ਫੋਰ ਐਗਜ਼ਾਮਪਲ ਆਪਾਂ ਲੈ ਲਿਆ ਬਿਕੋਜ਼ ਆਪਾਂ ਦੋਸਤ ਨੂੰ ਲਿਖ ਰਹੇ ਹਾਂ, ਕੋਈ ਸਰ ਮੈਮ ਨਹੀਂ ਲਿਖਾਂਗੇ। I hope this letter finds you well. I have now reached my home safely. ਹੁਣ ਮੈਂ ਆਪਣੇ ਘਰੇ ਆਰਾਮ ਨਾਲ ਪਹੁੰਚ ਗਿਆ, ਕੋਮਾ, and it was a wonderful time that we spent together at New Delhi. ਕਿ ਆਪਾਂ ਸ਼ੋ ਕੀਤਾ ਕਿ ਆਪਾਂ ਨਿਊ ਦਿੱਲੀ ਉਹਦੇ ਘਰੇ ਰਹੇ ਆ, ਠੀਕ ਹੈ। that we have, ਹੁਣ ਪੈਂਦਿਆਂ ਸਾਰੇ ਨਹੀਂ ਅਟੈਕ ਕਰ ਦੇਣਾ ਕਿ ਮੇਰਾ ਕੋਟ ਲਿਆ ਵਾਪਸ, ਇਦਾਂ ਦਾ ਕੰਮ ਨਹੀਂ ਕਰਨਾ। ਪਹਿਲੇ ਉਹਨੂੰ ਕਹੋ ਕਿ ਮੈਨੂੰ ਵਧੀਆ ਲੱਗਾ ਤੇਰੇ ਘਰ ਰਹਿ ਕੇ, ਠੀਕ ਹੈ। moreover I hope we will spend a good time together in the future too. ਕਿ ਮੈਨੂੰ ਆਸ਼ਾ ਹੈ ਕਿ ਆਪਾਂ ਆਉਣ ਵਾਲੇ ਸਮੇਂ 'ਚ ਵੀ ਵਧੀਆ ਸਮਾਂ ਇਕੱਠੇ ਸਪੈਂਡ ਕਰਾਂਗੇ in the future too. ਸੋ ਇਹ ਸੀਗਾ ਬੇਸਿਕ ਪੈਰਾਗ੍ਰਾਫ ਕਿ ਤੁਸੀਂ ਆਪਣੇ ਦੋਸਤ ਘਰ ਇੱਕ ਸਮਾਂ ਬਿਤਾਇਆ ਹੈ 1 ਹਫ਼ਤੇ ਦਾ। ਤੁਸੀਂ ਹੁਣ ਆਪਣੇ ਘਰ ਵਾਪਸ ਆ ਗਏ ਹੋ, ਉਹਨੂੰ ਲੈਟਰ ਲਿਖੋ, ਤੁਸੀਂ ਆਪਣਾ ਕੋਟ ਉਧਰ ਹੀ ਭੁੱਲ ਆਏ ਹੋ। ਪਹਿਲੇ ਉਹਨੂੰ ਥੈਂਕ ਯੂ ਕਰੋ ਕਿ ਮੈਂ ਤੇਰੇ ਘਰੇ ਸਮਾਂ ਬਿਤਾਇਆ ਹੈ, ਮੈਨੂੰ ਬਹੁਤ ਵਧੀਆ ਲੱਗਾ ਤੇਰੇ ਘਰ ਆ ਸਮਾਂ ਬਿਤਾ ਕੇ, ਠੀਕ ਹੈ। ਹੁਣ ਸੈਕਿੰਡ ਕੁਐਸਚਨ, ਅਸਲ 'ਚ ਕੁਐਸਚਨ ਦੇਖੋ। ਉਹਨੇ ਕਿਹਾ ਯੂ ਡਿਸਕਵਰਡ ਯੂ ਹੈਵ ਲੈਫਟ ਅ ਕੋਟ ਕੰਟੇਨਿੰਗ ਸਮ ਬਿਲੋਂਗਿੰਗਸ ਇਨ ਹਿਜ਼ ਹਾਊਸ।
full stop. When I reached back, ਜਦੋਂ ਮੈਂ ਘਰ ਪਹੁੰਚਿਆ and opened my suitcase, ਜਦੋਂ ਮੈਂ ਆਪਣਾ suitcase open ਕੀਤਾ, I found that my overcoat was missing, ਕਿ ਮੇਰਾ ਓਵਰਕੋਟ ਮੇਰੇ ਸੂਟਕੇਸ ਦੇ ਵਿੱਚ ਨਹੀਂ ਸੀਗਾ। ਦੇਖੋ ਉਹਨੂੰ ਆਪਾਂ ਦੱਸਤਾ ਕਿ ਮੇਰਾ ਓਵਰਕੋਟ ਤੇਰੇ ਘਰ ਰਹਿ ਗਿਆ। ਟੈਲ ਹਿਮ ਵਾਟ ਦੀ ਕੋਟ ਲੁਕਸ ਲਾਈਕ, ਕੋਟ ਕਿਹਦੇ ਵਰਗਾ ਲੱਗਦਾ ਸੀ? ਉਹਦਾ ਕੈਮਲ ਕਲਰ ਬਣਾ ਦਿੰਦੇ ਆ ਜਾਂ ਬਲੈਕ ਕਲਰ ਬਣਾ ਦਿਓ। ਉਹਨੇ ਤੇ ਮੋਟੇ-ਮੋਟੇ ਬਟਨ ਲੱਗੇ ਹੋਏ ਸੀਗੇ, ਇੱਕ ਉਹਦੇ ਤੇ ਆਪਾਂ ਕਹਿ ਸਕਦੇ ਹਾਂ ਵੇਸਟ ਦੇ ਉੱਪਰ ਬੈਲਟ ਲੱਗੀ ਹੋਈ ਸੀ। ਮਤਲਬ ਆਪਾਂ ਨੂੰ ਕੋਟ ਬਾਰੇ ਦੱਸਣਾ ਹੈ ਉਹਨੂੰ ਥੋੜਾ ਜਿਹਾ ਮਾੜਾ ਮੋਟਾ, ਠੀਕ ਹੈ। ਆਈ ਫਾਊਂਡ ਦੈਟ ਮਾਈ ਓਵਰਕੋਟ ਵਾਜ਼ ਮਿਸਿੰਗ। ਆਈ ਐਗਜ਼ੈਕਟਲੀ ਰਿਮੈਂਬਰ, ਹੁਣ ਆ ਦੇਖੋ ਉਹਨੇ ਨਾਲ ਹੀ ਕਹਿਤਾ ਵੇਅਰ ਯੂ ਥਿੰਕ ਯੂ ਲੈਫਟ ਇਟ, ਤੁਸੀਂ ਉਹਨੂੰ ਕਿੱਥੇ ਭੁੱਲੇ। ਐਂਡ ਵਾਟ ਵਾਜ਼ ਇਨਸਾਈਡ ਇਟ, ਆ ਦੋ ਕੁਐਸਚਨ ਦੇਖਿਆ ਜਾਵੇ ਇੱਕ ਦੂਜੇ ਨਾਲ ਇੰਟਰ ਰਿਲੇਟਿਡ ਨੇ। ਆਈ ਐਗਜ਼ੈਕਟਲੀ ਰਿਮੈਂਬਰ ਦੀ ਫੈਕਟ ਆਈ ਹੰਗ ਇਟ, ਹੈਂਗ ਹੰਗ, ਫਿਰ ਜਾ ਕੇ ਹੈਂਗਡ ਆਂਦੇ ਅੱਗੇ ਜਾ ਕੇ। ਆਈ ਹੰਗ ਇਟ ਇਨ ਯੋਰ ਵਾਰਡਰੋਬ, in your wardrobe in the room adjacent to your lounge area, ਕਿ ਮੈਂ ਇੱਕ ਓਲੀ ਵਾਰਡਰੋਬ ਚ ਟੰਗਿਆ ਉਹਨੂੰ ਜਿਹੜਾ ਰੂਮ ਉਹਦੇ ਤੇਰੇ ਲਾਉਂਜ ਏਰੀਆ ਦੇ ਨਾਲ ਐਡਜੇਸੈਂਟ। ਲਾਉਂਜ ਏਰੀਆ ਮਤਲਬ ਜਿਹੜਾ ਆਪਣਾ ਲਿਵਿੰਗ ਰੂਮ ਜਾਂ ਲੌਬੀ ਹੋ ਸਕਦੀ ਹੈ ਥੱਲੇ, ਇਨ ਦੀ ਲਾਉਂਜ ਏਰੀਆ, so that I could get it dry cleaned, so that I could get it dry cleaned। ਠੀਕ ਹੈ ਜੀ, ਕਿ ਮੈਂ ਉਹਨੂੰ ਤੇਰੇ ਰੂਮ ਦੇ ਵਿੱਚ ਟੰਗਿਆ ਸੀਗਾ। ਕਿਉਂ ਟੰਗਿਆ ਸੀਗਾ? ਕਿ ਮੈਂ ਚਾਹੁੰਦਾ ਸੀ ਕਿ ਉਹਨੂੰ ਤੁਸੀਂ ਮੈਨੂੰ ਡਰਾਈ ਕਲੀਨ ਕਰਵਾ ਕੇ ਦੇ ਦਿੰਦੇ। ਬਟ ਓਇੰਗ ਟੂ ਫਲਾਈਟ ਟਾਈਮ, ਪਰ ਉਧਰੋਂ ਫਲਾਈਟ ਦਾ ਟਾਈਮ ਹੋ ਗਿਆ। flight time, I forgot it there in a hurry, ਮੈਂ ਕਾਲੀ ਕਾਲੀ ਚ ਇਹਨੂੰ ਉੱਥੇ ਹੀ ਭੁੱਲ ਗਿਆ। ਠੀਕ ਹੈ ਜੀ। it is of camel color, ਇਹ ਕੈਮਲ ਕਲਰ ਦਾ ਹੈਗਾ। having glossy, glossy ਮਤਲਬ ਲਿਸ਼ਕਦੇ ਹੋਏ, having glossy black buttons, having 4 glossy black buttons, ਇਹਦੇ 4 glossy black button ਲੱਗੇ ਹੋਏ ਨੇ। ਠੀਕ ਹੈ, full stop। furthermore it bears the brand name Van Heusen, it bears the brand name Van Heusen on the front pocket। ਠੀਕ ਹੈ ਜੀ, ਇਹਨੇ ਬ੍ਰਾਂਡ ਬਾਰੇ ਦੱਸਤਾ ਆਪਾਂ ਕਿ ਬ੍ਰਾਂਡ ਬਾਰੇ ਵੀ ਉਹਦੇ ਉੱਤੇ ਲਿਖਿਆ ਹੋਇਆ ਹੈ। My coat is of unique style, ਇੱਕ ਯੂਨੀਕ ਸਟਾਈਲ ਦਾ ਹੈ। and made up of lamb's wool, ਇਹ ਆਪਾਂ ਕੋਟ ਬਾਰੇ ਦੱਸਤਾ। and made up of lamb's wool। ਹੁਣ ਦੇਖੋ ਆਪਾਂ ਸਾਰਾ ਕੁਝ ਦੱਸਤਾ ਕਿ ਤੁਸੀਂ ਉਹਨੂੰ ਕਿੱਥੇ ਭੁੱਲੇ ਹੋ। ਮੈਂ ਜਨਾਬ ਤੁਹਾਡੇ ਰੂਮ ਦੇ ਵਿੱਚ ਜਿਹੜਾ ਐਡਜੇਸੈਂਟ ਦਾ ਲਾਉਂਜ ਏਰੀਆ ਰੂਮ ਹੈ ਜਿਹੜਾ ਉਹਦੇ ਵਾਰਡਰੋਬ ਦੇ ਵਿੱਚ ਰੱਖਿਆ ਹੋਇਆ ਸੀਗਾ। ਸੋ ਡੈਟ ਕਿ ਉੱਥੇ ਮੈਂ ਤਾਂ ਰੱਖਿਆ ਸੀ ਕਿ ਡਰਾਈ ਕਲੀਨ ਹੋ ਜੇ। ਭੁੱਲੇ ਕਿਉਂ? ਫਲਾਈਟ ਟਾਈਮ ਆ ਗਿਆ, ਇਨਾ ਹਰੀ ਤੁਸੀਂ ਤੁਰ ਪਏ। ਉਹਦਾ ਕੋਈ ਰੂਪ ਦੱਸੋ ਕਿਹੋ ਜਿਹਾ ਕੋਟ ਦਾ, ਕਿੱਦਾਂ ਦਾ ਲੱਗਦਾ? ਉਹ ਕੈਮਲ ਕਲਰ ਦਾ ਹੈਗਾ। ਉਹਦੇ 4 ਗਲੋਸੀ ਬਲੈਕ ਬਟਨਸ ਲੱਗੇ ਹੋਏ ਆ। ਇਟ ਬੀਅਰਸ ਅ ਬ੍ਰਾਂਡ ਨੇਮ ਵੈਨ ਹਿਊਜ਼ਨ ਔਨ ਦਾ ਫਰੰਟ ਪਾਕਟ। ਮਾਈ ਕੋਟ ਇਜ਼ ਆਫ ਯੂਨੀਕ ਸਟਾਈਲ ਐਂਡ ਮੇਡ ਅਪ ਆਫ ਲੈਮਸ ਵੂਲ। ਇਹ ਯੂਨੀਕ ਸਟਾਈਲ ਦਾ ਤੇ ਲੈਮਸ ਵੂਲ ਦਾ ਬਣਿਆ ਹੋਇਆ। ਸੋ ਦੇਖੋ ਸਟੂਡੈਂਟਸ, ਸੋ ਟੈਲ ਹਿਮ ਵਾਟ ਦਾ ਕੋਟ ਲੁਕਸ ਲਾਈਕ। ਆਪਾਂ ਦੱਸਤਾ ਯੂਨੀਕ ਸਟਾਈਲ ਹੈ, ਬਹੁਤ ਸੋਹਣਾ ਕੋਟ ਹੈ। ਠੀਕ ਹੈ, ਕੈਮਲ ਕਲਰ ਦਾ ਹੈ। ਇਹਦੀ ਪਾਕਟ ਤੇ ਇਹਦੇ ਬ੍ਰਾਂਡ ਦਾ ਨਾਮ ਲਿਖਿਆ ਹੋਇਆ ਵੈਨ ਹਿਊਜ਼ਨ, ਇਹ ਸਾਰਾ ਕੁਝ।
ਵੇਅਰ ਯੂ ਥਿੰਕ ਯੂ ਲੈਫਟ ਇਟ, ਤੁਸੀਂ ਇਹਨੂੰ ਕਿੱਥੇ ਭੁੱਲੇ? ਵਾਰਡਰੋਬ, ਜੋ ਕਿ ਲਾਉਂਜ ਏਰੀਆ ਦੇ ਵਿੱਚ ਜਿਹੜਾ ਰੂਮ ਬਣਿਆ ਹੋਇਆ ਉਹਦੇ ਨਾਲ ਦਾ ਐਡਜੈਸੈਂਟ ਹੈ ਉਹਦੇ ਵਿੱਚ। ਕਿਉਂ? ਕਿਉਂਕਿ ਮੈਨੂੰ ਡਰਾਈ ਕਲੀਨਿੰਗ ਦੇ ਪਰਪਸ ਲਈ ਦੇਣਾ ਸੀਗਾ। ਵਾਟ ਵਾਸ ਇਨਸਾਈਡ ਇਟ, ਉਹਦੇ ਅੰਦਰ ਕੀ ਸੀਗਾ? ਹੁਣ ਆਪਾਂ ਆ ਲਿਖ ਦਈਏ ਕਿ ਇਹਨਾਂ ਰੋਲਾ ਕਾਹਦਾ ਪਿਆ ਹੋਇਆ ਕਿ ਇਹਦੇ ਅੰਦਰ ਕੀ ਰਹਿ ਗਿਆ ਤੁਹਾਡਾ। ਸੋ ਇਟ ਇਜ਼ ਹੁਣ ਦੇਖੋ ਇਟਸ ਲਗਾਓ, ਇਟ ਇਜ਼ ਉਦੋਂ ਲਗਾਓ ਜਦੋਂ ਤੁਸੀਂ ਫਾਰਮਲ ਲੈਟਰ ਲਿਖਦੇ ਪਏ ਹੋ, ਪਰ ਜਦੋਂ ਆਪਾਂ ਸੈਮੀ ਫਾਰਮਲ ਤੇ ਜਾਂ ਪਰਸਨਲ ਲਿਖ ਰਹੇ ਹਾਂ ਵੀ ਕੈਨ ਯੂਜ਼ ਕੰਟਰੈਕਸ਼ਨਸ, ਵੀ ਹੈਵ ਟੂ ਯੂਜ਼ ਕੰਟਰੈਕਸ਼ਨਸ। ਵਾਈ ਵੀ can use, we have to use contractions. It's quite important for me since I have my watch in its pocket. ਆ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚ ਮੇਰੀ ਘੜੀ ਰਹਿ ਗਈ ਹੈ, ਠੀਕ ਹੈ। My watch in its pocket without which I think it is hard for me to go for walk. Without which I think it is hard for me to go for a walk, since my watch shows calories. My watch shows calories, information, and proper heartbeat rate. And proper, ਜਿਵੇਂ ਡਿਜੀਟਲ ਆਵਾਜ਼ ਦੱਸਦੀ ਹੈ ਐਪਲ ਵਾਲੀ, ਆਪਾਂ ਕਹਿ ਸਕਦੇ ਹਾਂ and proper heartbeat rate। ਇਹ ਤਾਂ ਮੇਰੇ ਲਈ ਜ਼ਰੂਰੀ ਹੈ। ਸੋ ਆ ਕੁਐਸਚਨ ਕਲੀਅਰ ਹੋ ਗਿਆ ਕਿ ਇਹ ਤੁਹਾਡੇ ਲਈ ਕਿਉਂ ਜ਼ਰੂਰੀ ਹੈ। ਬਿਕੋਜ਼ ਕਿ ਇਹਦੇ 'ਚ ਮੇਰੀ ਘੜੀ ਰਹਿ ਗਈ ਹੈ, ਉਹਦੇ ਬਿਨਾਂ ਮੈਂ ਵਾਕ ਤੇ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਸਾਰਾ ਕੁਝ ਦੱਸਦੀ ਰਹਿੰਦੀ ਕਿ ਤੁਹਾਡੀ ਕਿੰਨੀਆਂ ਕੈਲੋਰੀਜ਼ ਬਰਨ ਹੋਈਆਂ। ਅਗਲਾ ਕੁਐਸਚਨ ਹੈ ਮੇਕ ਸਮ ਸੁਜੈਸਟਨਸ ਅਬਾਊਟ ਹਾਊ ਟੂ ਗੈਟ ਇਟ ਬੈਕ। ਉਹਨੂੰ ਥੋੜ੍ਹੀਆਂ ਸੁਜੈਸਟਨਸ ਦਿਓ ਕਿ ਤੁਸੀਂ ਉਹਨੂੰ ਕਿਵੇਂ ਵਾਪਸ ਲਿਆ ਸਕਦੇ ਹੋ ਕੋਟ ਨੂੰ। I called one friend of mine who will be coming to my hometown next week. मैं अपने दोस्त ਨੂੰ कहता है जो मेरे घर आ रहा है, hometown ਫਿਰੋਜ਼ਪੁਰ ਆ ਰਿਹਾ ਅਗਲੇ ਹਫਤੇ, ਠੀਕ ਹੈ। from your city, ਤੁਹਾਡੇ ਸ਼ਹਿਰ ਤੋਂ ਮੇਰੇ hometown ਚੋਂ ਆ ਰਿਹਾ, from your city, comma, and he will manage to bring it back. And he will manage to bring it back. Now, it is my humble request to please hand over my coat. एक मिनट रुक जाओ। To please hand over that coat to my friend। ਕਿ ਹੁਣ ਮੈਂ ਤੁਹਾਨੂੰ ਆਹੀ ਬੇਨਤੀ ਕਰਦਾ ਕਿ ਤੁਸੀਂ ਮੇਰਾ ਉਹਲਾ ਕੋਟ ਮੇਰੇ ਫਰੈਂਡ ਨੂੰ ਹੈਂਡ ਓਵਰ ਕਰ ਦਿਓ ਐਟ ਦਾ 에ਅਰਪੋਰਟ, ਠੀਕ ਹੈ। ਸਿੰਸ ਹੀ ਵਿਲ ਬੀ opting for connecting flight, ਕਿ ਤੁਸੀਂ ਆਹ ਵਾਲਾ ਕੋਟ ਮੇਰੇ ਫਰੈਂਡ ਨੂੰ ਹੈਂਡ ਓਵਰ ਕਰਦੇ ਆ ਜੇ 에ਅਰਪੋਰਟ ਤੇ, ਕਿਉਂਕਿ ਉਹਦੀ ਫਲਾਈਟ ਕਿਹੜੀ ਹੈ? ਕਨੈਕਟਿੰਗ ਫਲਾਈਟ ਦਾ ਮਤਲਬ ਉਹ ਪਤਾ ਹੀ ਹੁੰਦਾ ਸਾਰਿਆਂ ਨੂੰ ਕਿ ਉਹ 에ਅਰਪੋਰਟ ਤੋਂ ਬਾਹਰ ਨਹੀਂ ਆ ਸਕਦਾ। ਸਿੰਸ ਹੀ ਵਿਲ ਬੀ ਆਪਟਿੰਗ ਫॉर ਕਨੈਕਟਿੰਗ ਫਲਾਈਟ, ਉਹ ਕਨੈਕਟਿੰਗ ਫਲਾਈਟ ਤੇ ਆ ਰਿਹਾ ਹੋਊਗਾ, ਤੁਸੀਂ ਮੇਰੇ ਲਈ ਇੰਨਾ ਕੰਮ ਕਰ ਸਕਦੇ ਹੋ, ਠੀਕ ਹੈ। ਸੋ ਲਾਸਟ ਲਾਈਨ ਇਹਨੂੰ ਕਹਿੰਦੇ ਸਾਈਨਿੰਗ ਆਫ। ਦੇਖੋ ਇਹ ਆਪਾਂ ਸਟਾਰਟਿੰਗ ਕੀਤਾ, ਇਹ ਆਪਾਂ ਕੁਐਸਚਨਸ ਦਾ ਆਨਸਰ ਦਿੱਤਾ, ਹੁਣ ਹੁੰਦਾ ਹੈ ਸਾਈਨਿੰਗ ਆਫ। ਸਾਈਨਿੰਗ ਆਫ ਦੇ ਵਿੱਚ ਆਪਾਂ ਇੱਕ ਲਾਈਨ ਲਿਖਣੀ ਹੁੰਦੀ ਹੈ, ਠੀਕ ਹੈ। ਥੈਂਕਸ ਅਗੇਨ, ਦੋਸਤਾਂ ਨੂੰ ਜਿਵੇਂ ਮਰਜ਼ੀ ਲਿਖ ਸਕਦੇ ਹੋ। ਥੈਂਕਸ ਅਗੇਨ ਫॉर ਅ ਗ੍ਰੇਟ ਵੀਕਐਂਡ and I hope
to see you soon and I hope to see you soon। ਹੁਣ ਦੋਸਤ ਨੂੰ ਲਿਖ ਰਹੇ ਹੋ best wishes ਜਾਂ thank you, ਜੋ ਮਰਜ਼ੀ ਲਿਖ ਸਕਦੇ ਹੋ, ਜੋ ਤੁਹਾਡਾ ਨਾਮ ਹੈ, ਠੀਕ ਹੈ, ਉਹ ਤੁਸੀਂ ਆਪਣਾ ਨਾਮ ਐਡ ਕਰ ਸਕਦੇ ਹੋ। ਜੋ ਮਤਲਬ ਤੁਸੀਂ ਦੇਣਾ ਹੈ ਤੁਸੀਂ ਇੱਥੇ ਉਹ ਪੁਆਇੰਟ ਨੂੰ ਐਡ ਕਰ ਸਕਦੇ ਹੋ, ਠੀਕ ਹੈ ਜੀ। ਸੋ ਲੈਟਰ ਕੋਈ ਵੱਡੀ ਗੱਲ ਨਹੀਂ ਹੈ, ਲੈਟਰ ਬਹੁਤ ਆਸਾਨ ਚੀਜ਼ ਹੁੰਦੀ ਹੈ। ਉਹ ਚੀਜ਼ ਤੁਸੀਂ ਲੈ ਕੇ ਚੱਲੋ ਕਿ ਹਾਊ ਵੀ ਹੈਵ ਟੂ ਰਾਈਟ ਦਿਸ ਲੈਟਰ ਇਨ ਅ ਪਾਰਟਿਕੂਲਰ ਮੈਨਰ, ਵੀ ਹੈਵ ਟੂ ਕਵਰ ਈਚ ਐਂਡ ਐਵਰੀ ਕੁਐਸਚਨ। ਜਿਹੜਾ ਕੁਐਸਚਨ ਉਹਨੇ ਆਪਾਂ ਨੂੰ ਦਿੱਤਾ ਹੋਇਆ ਆਪਾਂ ਸਾਰੇ ਕੁਐਸਚਨ ਕਵਰ ਕਰਨੇ ਹੁੰਦੇ ਆ, ਠੀਕ ਹੈ ਜੀ। ਸੋ ਇਹ ਤੁਹਾਡੀ ਲੈਟਰ ਆ। ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਡੇ ਨਾਲ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ। ਓਕੇ ਸਟੂਡੈਂਟਸ, ਥੈਂਕ ਯੂ, ਮਿਹਰਬਾਨੀ।